ਲੇਖਕ ਨਰਿੰਦਰ ਸਿੰਘ ਕਪੂਰ ਦੀ ਲਿਖੀ ਕਿਤਾਬ ਰਾਹ ਰਸਤੇ ਵਿੱਚੋਂ ਲਈ ਇੱਕ ਰਚਨਾ ਸਲੀਕੇ ਦੀ ਘਾਟ ਕਾਰਨ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਜੁਗਨੂੰ ਵੀ ਇੱਕ ਕੀੜਾ ਹੀ ਹੁੰਦਾ ਹੈ, ਪਰ ਉਸ ਕੋਲ ਸਲੀਕੇ ਭਰਿਆ ਇੱਕ ਸੁਨੇਹਾ ਹੁੰਦਾ ਹੈ। ਅਜੇ ਤੱਕ ਕਿਸੇ ਸ਼ਰੀਫ ਵਿਅਕਤੀ ਦੀ ਇਹ ਇੱਛਾ ਨਹੀਂ ਹੋਈ ਕਿ ਉਹ ਬਦਮਾਸ਼ ਨਜ਼ਰ ਆਵੇ। ਸਲੀਕੇ 'ਚ ਸ਼ਰਾਫਤ ਹੁੰਦੀ ਹੈ। ਸਲੀਕੇ ਵਾਲਾ ਵਿਅਕਤੀ ਜਦੋਂ ਇਕੱਲਾ ਵੀ ਹੁੰਦਾ ਹੈ ਤਾਂ ਵੀ ਉਹ ਬੜਾ ਪ੍ਰਸੰਨ ਹੁੰਦਾ ਹੈ। ਛੋਟੇ ਰਸਤਿਆਂ ਤੋਂ ਨਿਸ਼ਾਨੇ 'ਤੇ ਪਹੁੰਚਣ ਦੀ ਕਾਹਲੀ ਨਾ ਕਰੋ। ਇਵੇਂ ਤੁਰਨ ਦਾ ਸਲੀਕਾ ਤੇ ਜ਼ਿੰਦਗੀ ਦੀ ਮਾਲ ਰੋਡ ਗੁਆਚ ਜਾਏਗੀ। ਨਿਰਸੰਦੇਹ ਮਨੁੱਖ ਦੀਆਂ ਸੀਮਾਵਾਂ ਨੇ, ਪਰ ਮਨੁੱਖ ਦੀਆਂ ਸੰਭਾਵਨਾਵਾਂ ਵੀ ਘੱਟ ਨਹੀਂ। ਮਨੁੱਖ 'ਚ ਔਗੁਣ ਨੇ, ਪਰ ਗੁਣ ਵੀ ਅਨੇਕਾਂ ਨੇ। ਸੀਮਾਵਾਂ ਅਤੇ ਸੰਭਾਵਨਾਵਾਂ ਵਿਚਕਾਰ ਮਨੁੱਖ ਨਿਰੰਤਰ ਘਟਦਾ ਵੱਧਦਾ ਰਹਿੰਦਾ ਹੈ। ਜ਼ਿੰਦਗੀ ਦੇ ਵੱਡੇ ਘਾਟੇ ਸਹਿਣ ਅਤੇ ਲੰਮੇ ਸਬਕ ਸਿੱਖਣ ਉਪਰੰਤ ਹੀ ਪਤਾ ਲੱਗਦਾ ਹੈ ਕਿ ਚੱਜ ਨਾਲ ਕੀਤਾ ਥੋੜ੍ਹਾ ਕੰਮ ਵੀ ਬਹੁਤ ਹੁੰਦਾ ਹੈ, ਜਦੋਂ ਕਿ ਕੁਚੱਜ ਨਾਲ ਕੀਤਾ ਬਹੁਤਾ ਵੀ ਕੁਝ ਨਹੀਂ ਹੁੰਦਾ। ਵੇਖਿਆ ਗਿਆ ਕਿ ਸਾਡੀਆਂ ਅਨੇਕਾਂ ਸਮੱਸਿਆਵਾਂ ਅਤੇ ਪਰੇਸ਼ਾਨੀਆਂ ਆਦਿ ਸਲੀਕੇ ਦੀ ਘਾਟ ਕਾਰਨ ਜਨਮ ਲੈਂਦੀਆਂ ਨੇ, ਅਤੇ ਜੇ ਅਸੀਂ ਦੂਜਿਆਂ ਦਾ ਧਿਆਨ ਰੱਖਣਾ ਜਾਣ ਜਾਈਏ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖ ਕੇ ਵਿਹਾਰ ਕਰੀਏ ਤਾਂ ਸਾਡੀਆਂ ਬਹੁਤੀਆਂ ਮੁਸੀਬਤਾਂ ਅਤੇ ਪਰੇਸ਼ਾਨੀਆਂ ਆਪ ਮੁਹਾਰੇ ਲੋਪ ਹੋ ਜਾਣਗੀਆਂ। ਪੰਜਾਬੀਆਂ ਨੇ ਹਰ ਖੇਤਰ 'ਚ ਵਿਕਾਸ ਕੀਤਾ, ਪਰ ਸਲੀਕੇ ਦੀ ਘਾਟ ਕਾਰਨ ਸਾਡੀਆਂ ਵੱਡੀਆਂ ਪ੍ਰਾਪਤੀਆਂ ਵੀ ਕਿਸੇ ਲੇਖੇ ਨਹੀਂ ਲੱਗਦੀਆਂ। ਜਿਉਂ-ਜਿਉਂ ਮਨੁੱਖ ਦੇ ਦਿਮਾਗ ਦਾ ਵਿਕਾਸ ਹੁੰਦਾ ਗਿਆ, ਤਿਉਂ-ਤਿਉਂ ਕੀਤੇ, ਰਿਸ਼ਤੇ ਅਤੇ ਚੱਜ ਆਚਾਰ ਬਦਲਦੇ ਗਏ ਨੇ। ਚੱਜ ਆਚਾਰ ਦੇ ਪੱਖੋਂ ਸਮਾਜ ਦੇ ਜਿਹੜੇ ਵਰਗ ਆਪਣੇ ਆਪ ਨੂੰ ਪਰਿਸਥਿਤੀਆਂ ਅਨੁਸਾਰ ਢਾਲਦੇ ਜਾਂਦੇ ਨੇ, ਉਹ ਵਿਕਸਿਤ ਅਤੇ ਖੁਸ਼ਹਾਲ ਹੁੰਦੇ ਜਾਂਦੇ ਨੇ, ਅਤੇ ਜਿਹੜੇ ਵਰਗ ਇਸ ਪੱਖ ਤੋਂ ਅਵੇਸਲੇ ਰਹਿੰਦੇ ਨੇ, ਉਹਨਾਂ ਦੀ ਕਲਾਕਾਰੀ ਵੀ ਮਜ਼ਦੂਰੀ ਬਣ ਕੇ ਰਹਿ ਜਾਂਦੀ ਹੈ। ਕੰਮ ਧੰਦੇ ਚੰਗੇ ਜਾਂ ਮਾੜੇ ਨਹੀਂ ਹੁੰਦੇ। ਜਿਨ੍ਹਾਂ ਖੇਤਰਾਂ 'ਚ ਸਲੀਕੇ ਵਾਲੇ ਘਰਾਂ ਦੇ ਲੋਕ ਪ੍ਰਵੇਸ਼ ਕਰਦੇ ਨੇ, ਉਹਨਾਂ ਖੇਤਰਾਂ ਦੀ ਸ਼ਕਤੀ ਅਤੇ ਪ੍ਰਭਾਵ ਵੱਧ ਜਾਂਦਾ ਹੈ। ਸਲੀਕੇ ਦੀ ਘਾਟ ਕਾਰਨ ਪੈਣ ਵਾਲੇ ਵੱਡੇ ਘਾਟਿਆਂ ਦੀ ਸਮਝ ਅਜੇ ਤੱਕ ਸਾਨੂੰ ਨਹੀਂ ਆਈ, ਅਤੇ ਜਦੋਂ ਤੱਕ ਇਹ ਸੋਝੀ ਆਉਂਦੀ ਨਹੀਂ, ਇਹ ਘਾਟੇ ਨਿਰੰਤਰ ਪੈਂਦੇ ਰਹਿਣਗੇ ਅਤੇ ਅਸੀਂ ਪਛੜੇ ਹੀ ਰਹਾਂਗੇ। ਸਲੀਕਾ ਜਾਂ ਚੱਜ ਆਚਾਰ ਜਾਂ ਸਾਊ ਵਿਹਾਰ ਇਸ ਸੰਕਲਪ 'ਤੇ ਉਸਰਿਆ ਹੋਇਆ ਹੈ ਕਿ ਦੂਜਿਆਂ ਨਾਲ ਅਜਿਹਾ ਵਿਹਾਰ ਕਰੋ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਕੀਤਾ ਜਾਵੇ। ਅਜੋਕੇ ਸਮਾਜ 'ਚ ਹਰ ਵੇਲੇ ਹਰ ਵਿਅਕਤੀ ਜਾਂ ਕੁਝ ਵੇਚ ਰਿਹਾ ਹੁੰਦਾ ਜਾਂ ਕੁਝ ਪ੍ਰਾਪਤ ਕਰਨ ਦੇ ਯਤਨ 'ਚ ਹੁੰਦਾ ਹੈ। ਸਭ ਪ੍ਰਕਾਰ ਦੇ ਲੈਣ ਦੇਣ ਸਲੀਕੇ ਦੀ ਚਾਸ਼ਨੀ ਨਾਲ ਅਤੇ ਚੱਜ ਆਚਾਰ ਦੀ ਚਮਕ ਨਾਲ ਨਾ ਕੇਵਲ ਮਾਣਯੋਗ ਹੋ ਜਾਂਦੇ ਨੇ, ਸਗੋਂ ਉਹਨਾਂ ਦੀ ਖਿੱਚ ਵੀ ਵੱਧ ਜਾਂਦੀ ਹੈ। ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਕੋਈ ਦੁਕਾਨਦਾਰ ਕੋਈ ਸੇਵਾ ਜਾਂ ਵਸਤ ਸਾਡੀ ਮੰਗ ਅਤੇ ਤਸੱਲੀ ਅਨੁਸਾਰ ਨਹੀਂ ਦਿੰਦਾ, ਤਾਂ ਅਸੀਂ ਵੀ ਆਪਣੇ ਬਟੂਏ 'ਚੋਂ ਗੰਦੇ ਤੋਂ ਗੰਦਾ ਨੋਟ ਪੇਸ਼ ਕਰਦੇ ਹਾਂ। ਸਪਸ਼ਟ ਹੈ ਕਿ ਦੂਜਿਆਂ ਦੀ ਸਲੀਕੇ ਭਰੀ ਸੇਵਾ ਗਾਹਕਾਂ ਨੂੰ ਖਿੱਚਦੀ ਹੈ, ਜਦੋਂ ਕਿ ਕੁਚੱਜਾ ਵਿਹਾਰ ਸਾਡੇ ਮਨ 'ਚ ਵਿਰੋਧ ਉਪਜਾਉਂਦਾ ਹੈ। ਜੀਵਨ ਦੀਆਂ ਸਹੂਲਤਾਂ ਵੱਧ ਰਹੀਆਂ ਨੇ, ਪਰ ਸਲੀਕੇ ਦੀ ਘਾਟ ਕਾਰਨ ਜੀਵਨ 'ਚੋਂ ਮਿਲਣ ਵਾਲੀ ਤਸੱਲੀ ਘਟ ਰਹੀ ਹੈ। ਇਸ ਸਥਿਤੀ ਦਾ ਸਿੱਧਾ ਕਾਰਨ ਇਹ ਹੈ ਕਿ ਮਨੁੱਖ ਸੁਭਾਅ ਤੋਂ ਗਰੀਬ ਹੈ। ਖੁਸ਼ਹਾਲੀ, ਬਹੁਲਤਾ ਅਤੇ ਅਮੀਰੀ 'ਚ ਵਿਚਰਨਾ ਅਜੇ ਇਸ ਨੂੰ ਆਇਆ ਨਹੀਂ। ਵਿਗਿਆਨ ਅਤੇ ਤਕਨਾਲੋਜੀ ਸਦਕਾ ਬਹੁਤ ਕੁਝ ਮਿਲ ਜਾਣ ਦੇ ਬਾਵਜੂਦ ਸਰੀਰਕ ਅਤੇ ਮਾਨਸਿਕ ਪੱਖੋਂ ਅਜੇ ਮਨੁੱਖ ਲੋੜਵੰਦ ਹੀ ਹੈ। ਵਿਗਿਆਨ ਨੇ ਸਭ ਕੁਝ ਬਦਲ ਦਿੱਤਾ ਹੈ, ਪਰ ਇਹ ਮਨੁੱਖ ਦੇ ਬੁਨਿਆਦੀ ਸੁਭਾਅ ਅਤੇ ਇਸ ਦੇ ਮਨੁੱਖ ਨੂੰ ਨਹੀਂ ਬਦਲ ਸਕਿਆ। ਮਨੁੱਖ ਨੇ ਢੇਰ ਗਿਆਨ ਇਕੱਠਾ ਕਰ ਲਿਆ, ਪਰ ਇਹ ਆਪਣੀ ਅਗਿਆਨਤਾ ਨਹੀਂ ਤਿਆਗ ਰਿਹਾ। 20ਵੀਂ ਸਦੀ ਦੇ ਮੁੱਢ ਤੱਕ ਮਨੁੱਖ ਕੋਲ ਨਾ ਬਹੁਤੇ ਅਧਿਕਾਰ ਸਨ, ਨਾ ਹੀ ਬਹੁਤੀਆਂ ਵਸਤਾਂ ਅਤੇ ਸਹੂਲਤਾਂ ਸਨ। ਉਸ ਕੋਲ ਹਰ ਚੀਜ਼ ਦੀ ਥੁੜ ਸੀ, ਪਰ ਇਹਨਾਂ ਥੁੜਾਂ ਦੇ ਬਾਵਜੂਦ ਉਸ ਨੂੰ ਆਪਣੇ ਆਪ 'ਤੇ ਵਿਸ਼ਵਾਸ ਸੀ ਅਤੇ ਹੋਰਨਾਂ ਦੀ ਚੰਗਿਆਈ 'ਤੇ ਭਰੋਸਾ ਸੀ। ਹੁਣ ਇਹ ਦੋਵੇਂ ਗੁਣ ਮੁੱਕਦੇ ਜਾ ਰਹੇ ਨੇ। ਹੁਣ ਹਰ ਚੀਜ਼ ਦੀ ਬਹੁਲਤ ਹੈ, ਪਰ ਮਨ ਅਸੰਤੁਸ਼ਟ ਹੈ ਅਤੇ ਮਨੁੱਖ ਉਦਾਸ ਹੈ। ਅਜੋਕਾ ਮਨੁੱਖ ਅੰਦਰੋਂ ਬਾਹਰੋਂ ਇਕੱਲਾ ਭਟਕ ਰਿਹਾ ਹੈ। ਉਹ ਖੁਸ਼ ਹੋਣ ਦੇ ਹਰੇਕ ਯਤਨ 'ਚ ਹੋਰ ਇਕੱਲਾ ਅਤੇ ਉਦਾਸ ਹੁੰਦਾ ਜਾ ਰਿਹਾ ਹੈ। ਇਕੱਲਿਆਂ ਖੁਸ਼ੀ ਮਨਾਉਣੀ ਵੀ ਉਦਾਸੀ ਦੀ ਇੱਕ ਕਿਸਮ ਹੁੰਦੀ ਹੈ। ਪਿਆਰ ਦੀ ਘਾਟ ਕਾਰਨ ਅਜੋਕਾ ਮਨੁੱਖ ਨਿਰਾਸ਼, ਮਾਯੂਸ ਅਤੇ ਪਰੇਸ਼ਾਨ ਹੈ। ਪਿਆਰ ਕਰਨਾ ਸਲੀਕੇ ਭਰੀ ਸਿੱਖਿਆ ਹੈ, ਜਿਸ 'ਚ ਹਰ ਕਿਸੇ ਦਾ ਸਭ ਕੁਝ ਸੋਹਣਾ ਲੱਗਣ ਲੱਗ ਪੈਂਦਾ ਹੈ।
ਜਦੋਂ ਕਿ ਨਫ਼ਰਤ ਕਿਸੇ ਇੱਕ ਚੀਜ਼ ਜਾਂ ਇੱਕ ਵਿਅਕਤੀ 'ਤੇ ਕੇਂਦਰਿਤ ਹੁੰਦੀ ਹੈ ਅਤੇ ਉਸ ਨੂੰ ਕਰੂਪ ਅਤੇ ਕੋਝਾ ਬਣਾ ਦਿੰਦੀ ਹੈ। ਸਲੀਕੇ ਦੇ ਪੱਖੋਂ ਫਰਾਂਸ ਸੰਸਾਰ 'ਚ ਮੋਹਰੀ ਹੈ। ਫਰਾਂਸ ਦੇ ਲੋਕ ਉਦੋਂ ਹੀ ਝੂਠ ਬੋਲਦੇ ਨੇ ਜਦੋਂ ਉਹ ਕਿਸੇ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟ ਕਰ ਰਹੇ ਹੋਣ। ਫਰਾਂਸੀਸੀ ਮੂਰਖਾਂ ਨਾਲ ਵੀ ਸਲੀਕੇ ਨਾਲ ਇੰਜ ਪੇਸ਼ ਆਉਂਦੇ ਨੇ ਕਿ ਮੂਰਖਾਂ ਨੂੰ ਮੂਰਖਤਾ ਕਰਨ ਦਾ ਚੇਤਾ ਹੀ ਨਹੀਂ ਰਹਿੰਦਾ। ਮਨੁੱਖ ਸੁੰਦਰਤਾ ਵੱਲ ਰੁਚਿਤ ਹੈ, ਇਹ ਉਸਦਾ ਸੁਭਾਅ ਹੈ, ਪਰ ਸੁੰਦਰ ਵਸਤਾਂ ਨਾਸ਼ਵਾਨ ਨੇ। ਇਹ ਮਨੁੱਖ ਨਾਲ ਵਾਪਰਨ ਵਾਲਾ ਇੱਕ ਵੱਡਾ ਵਿਅੰਗ ਹੈ। ਇਸੇ ਕਰਕੇ ਮਨੁੱਖ ਸਰੀਰਕ ਸੁੰਦਰਤਾ ਤੋਂ ਅਗਲੇਰਾ ਪ੍ਰਗਟਾਵਾ ਆਪਣੇ ਕਾਰਜਾਂ ਰਾਹੀਂ ਕਰਦਾ ਹੈ। ਤੁਹਾਡਾ ਕੰਮ ਤੁਹਾਡੇ ਨਾਲੋਂ ਵੀ ਵਧੇਰੇ ਮਹੱਤਵਪੂਰਨ ਹੁੰਦਾ ਹੈ। ਜੇਕਰ ਤੁਸੀਂ ਕੁਝ ਉੱਚਾ ਕਰਨ ਦਾ ਮਨ ਬਣਾਇਆ ਹੋਇਆ ਹੈ ਤਾਂ ਇਹ ਜੀਵਨ ਤੁਹਾਡਾ ਆਪਣਾ ਨਹੀਂ, ਉਸ ਉੱਚੇ ਨੂੰ ਕਰਨ ਦੀ ਮੌਲਤ ਹੈ। ਕੁਝ ਉੱਚਾ ਕਰਨ ਲਈ ਤੁਸੀਂ ਆਮ ਸਧਾਰਨ ਵਿਅਕਤੀ ਵਾਲੀਆਂ ਖੁਸ਼ੀਆਂ ਅਤੇ ਸੁੱਖਾਂ ਨੂੰ ਨਹੀਂ ਮਾਣ ਸਕੋਗੇ। ਆਪਣੇ ਆਪ ਨੂੰ ਨੀਵੀਆਂ ਖੁਸ਼ੀਆਂ ਤੋਂ ਵਿਰਵੇ ਕਰਨ ਦਾ ਜਿਗਰਾ ਉਪਜਾਏ ਬਿਨਾਂ ਉੱਚੀਆਂ ਉਡਾਣਾਂ ਨਹੀਂ ਭਰੀਆਂ ਜਾ ਸਕਦੀਆਂ। ਸਧਾਰਨ ਪੱਧਰ ਦੀ ਖੁਸ਼ੀ ਜਾਂ ਪ੍ਰਸੰਨਤਾ ਦੀ ਪ੍ਰਾਪਤੀ ਆਮ ਸਧਾਰਨ ਵਿਅਕਤੀਆਂ ਦੇ ਆਦਰਸ਼ ਜਾਂ ਉਦੇਸ਼ ਹੁੰਦੇ ਨੇ। ਇਹ ਅਨੁਭਵਾਂ ਦੀ ਪੌੜੀ ਦੇ ਵਿਚਕਾਰ ਜਿਹੇ ਪਹੁੰਚਣ ਦਾ ਅਹਿਸਾਸ ਹੁੰਦਾ ਹੈ। ਅਜਿਹੇ ਯਤਨਾਂ ਨਾਲ ਕਰਾਮਾਤਾਂ ਜਾਂ ਇਨਕਲਾਬ ਨਹੀਂ ਵਾਪਰਦੇ, ਨਾ ਹੀ ਅਜਿਹੇ ਯਤਨਾਂ ਨਾਲ ਕਿਸੇ ਲਈ ਉਦਾਹਰਨ ਬਣਿਆ ਜਾ ਸਕਦਾ ਹੈ। ਹਰ ਧਰਮ ਅਤੇ ਸਮਾਜ ਦੀ ਧੁਰ ਅੰਦਰਲੀ ਪ੍ਰੇਰਨਾ ਮਨੁੱਖ ਨੂੰ ਸਾਊ, ਸਖੀ ਅਤੇ ਸਹਿਯੋਗੀ ਬਣਾਉਣ ਦੀ ਹੈ। ਚੱਜ, ਆਚਾਰ, ਸਲੀਕਾ, ਸਦਾਚਾਰ, ਨੇਮ, ਕਾਨੂੰਨ ਆਦਿ ਤਾਂ ਮਨੁੱਖ ਨੇ ਉਸਾਰ ਲਏ ਨੇ, ਪਰ ਇਹ ਮਨੁੱਖ ਦੇ ਜੀਵਨ ਦਾ ਸੁਭਾਵਿਕ ਭਾਗ ਨਹੀਂ ਬਣ ਸਕੇ। ਇਹਨਾਂ ਦੀ ਉਲੰਘਣਾ ਹੁੰਦੀ ਰਹਿੰਦੀ ਹੈ, ਸਜ਼ਾ ਮਿਲਦੀ ਰਹਿੰਦੀ ਹੈ। ਸਜ਼ਾ ਦਾ ਡਰ, ਸਮਾਜ 'ਚੋਂ ਛੇਕੇ ਜਾਣ ਦਾ ਭੈ, ਤਾੜਨਾ, ਅਪਮਾਨ, ਵਿਰੋਧੀ ਲੋਕ ਰਾਏ ਆਦਿ ਦਾ ਸੰਸਾ ਮਨੁੱਖ ਦੇ ਮਨ 'ਤੇ ਹਮੇਸ਼ਾ ਛਾਇਆ ਰਹਿੰਦਾ ਹੈ। ਸਜ਼ਾ ਅਤੇ ਵਿਛੋੜੇ ਦਾ ਡਰ ਮਨੁੱਖ ਨੂੰ ਸਾਰੇ ਬੰਧਨ ਪ੍ਰਵਾਨ ਕਰਨ ਲਈ ਪ੍ਰੇਰਦਾ ਹੈ ਅਤੇ ਮਜਬੂਰ ਕਰਦਾ ਰਹਿੰਦਾ ਹੈ। ਮਨੁੱਖ ਇਕੱਲਾ ਰਹਿ ਨਹੀਂ ਸਕਦਾ, ਕਿਸੇ ਨਾਲ ਰਹਿਣਾ ਇਸ ਨੂੰ ਆਉਂਦਾ ਨਹੀਂ। ਇਸ ਵਿਸੰਗਤੀ ਕਾਰਨ ਹੀ ਮਨੁੱਖ ਦੇ ਵਿਹਾਰ 'ਚ ਦੰਭ, ਅਡੰਬਰ, ਚਲਾਕੀ, ਚਤੁਰਤਾ, ਝੂਠ, ਫਰੇਬ, ਬਨਾਵਟ ਆਦਿ ਦਾ ਬੋਲਬਾਲਾ ਹੈ। ਉਹ ਸੋਚਦਾ ਕੁਝ ਹੈ, ਕਰਦਾ ਕੁਝ ਹੋਰ ਹੈ, ਤੇ ਜੋ ਕੁਝ ਉਹ ਦੱਸਦਾ ਹੈ ਉਹ ਕੁਝ ਹੋਰ ਹੀ ਹੁੰਦਾ ਹੈ। ਸਵਾਰਥੀ ਰਾਹਾਂ 'ਤੇ ਤੁਰਦਾ ਮਨੁੱਖ ਸਵਾਰਥਾਂ ਦੇ ਸਬੂਤ ਮਿਟਾਉਣ 'ਚ ਰੁੱਝ ਗਿਆ ਹੈ। ਈਰਖਾ ਦਾ ਗ੍ਰਸਿਆ ਪਰ ਅਖੌਤੀ ਸਦਾਚਾਰ ਦਾ ਪੁਜਾਰੀ ਮਨੁੱਖ ਨਾ ਆਪ ਸ਼ਾਂਤ ਹੁੰਦਾ ਹੈ, ਨਾ ਹੀ ਕਿਸੇ ਨੂੰ ਸ਼ਾਂਤ ਰਹਿਣ ਦਿੰਦਾ ਹੈ। ਈਰਖਾ ਕਾਰਨ ਸਭ ਕੁਝ ਕੋਲ ਹੋਣ ਦੇ ਬਾਵਜੂਦ ਕੋਈ ਵੀ ਮਨੁੱਖ ਕਿਸੇ ਵੀ ਹਾਲ 'ਚ ਪ੍ਰਸੰਨ ਨਹੀਂ ਹੋ ਸਕਦਾ। ਈਰਖਾ ਸਾਡੇ 'ਚ ਅਧੂਰੇਪਣ ਦਾ ਅਹਿਸਾਸ ਜਗਾਉਂਦੀ ਹੈ ਅਤੇ ਅਧੂਰੇਪਣ ਦਾ ਅਹਿਸਾਸ ਮਨੁੱਖ ਨੂੰ ਨਿਰੰਤਰ ਸਤਾਉਂਦਾ ਰਹਿੰਦਾ ਹੈ। ਖਾਣ ਸਮੇਂ ਇੱਥੋਂ ਤੱਕ ਕਿ ਧਾਰਮਿਕ ਸਥਾਨ 'ਚ ਵਿਚਰਦਿਆਂ ਵੀ ਇਹ ਸੋਚਦਾ ਰਹਿੰਦਾ ਹੈ ਕਿ ਕਿਸ ਨੂੰ ਪਛਾੜਨਾ ਹੈ, ਕਿਸ ਦਾ ਅਪਮਾਨ ਕਰਨਾ ਹੈ, ਕਿਸ ਨੂੰ ਸਬਕ ਸਿਖਾਉਣਾ ਹੈ। ਗੁਆਂਢੀ ਕੋਲ ਕੁਝ ਵੇਖ ਕੇ ਇਸ ਨੂੰ ਥੁੜ ਦਾ ਅਹਿਸਾਸ ਹੁੰਦਾ ਹੈ, ਜਿਸ ਨਾਲ ਇਸ ਦੇ ਮਨ 'ਚ ਨਵੀਆਂ ਮੰਗਾਂ ਜਨਮ ਲੈਂਦੀਆਂ ਨੇ, ਜਿਹੜੀਆਂ ਜੀਵਨ ਦੀ ਤਾਣੀ ਨੂੰ ਉਲਝਾਉਂਦੀਆਂ ਚਲੀਆਂ ਜਾਂਦੀਆਂ ਨੇ। ਸਮਾਜ ਵਿੱਚ ਕਿਸੇ ਵੀ ਵਿਅਕਤੀ ਨੂੰ ਦਿੱਤੇ ਜਾਂ ਮਿਲੇ ਲਾਭ ਦੂਜਿਆਂ ਦੀਆਂ ਮੰਗਾਂ ਬਣ ਜਾਂਦੇ ਨੇ। ਜਦੋਂ ਮਿਹਨਤ ਅਤੇ ਸਲੀਕੇ ਨੂੰ ਤਿਆਗ ਕੇ ਨਾਜਾਇਜ਼ ਢੰਗਾਂ ਨਾਲ ਧਨ ਕਮਾ ਲਿਆ ਜਾਂਦਾ ਹੈ ਤਾਂ ਧਨ ਇਕੱਠਾ ਕਰਨ ਉਪਰੰਤ ਮਨੁੱਖ ਨੂੰ ਪਤਾ ਲੱਗਦਾ ਕਿ ਇਕੱਠੇ ਕੀਤੇ ਧਨ ਤੋਂ ਉਹ ਖੁਸ਼ੀ ਜਾਂ ਤਸੱਲੀ ਨਹੀਂ ਮਿਲੀ ਜਿਸ ਦੀ ਉਸਨੂੰ ਉਮੀਦ ਸੀ। ਇਹ ਧਨ ਕਿਸੇ ਅੰਦਰਲੇ ਸੁਪਨੇ ਦੀ ਪ੍ਰਾਪਤੀ ਪ੍ਰਤੀਤ ਨਹੀਂ ਹੁੰਦਾ। ਬਹੁਤ ਦੇਰ ਮਗਰੋਂ ਮਨੁੱਖ ਨੂੰ ਸੋਝੀ ਹੁੰਦੀ ਹੈ ਕਿ ਸਮਾਜ ਦੀ ਪ੍ਰਵਾਨਗੀ ਦੇ ਮੁਕਾਬਲੇ ਅੰਦਰੋਂ ਮਿਲਣ ਵਾਲੀ ਤਸੱਲੀ ਵਧੇਰੇ ਭਰਪੂਰ ਹੁੰਦੀ ਹੈ। ਦੌਲਤ, ਪ੍ਰਵਾਨਗੀ ਅਤੇ ਪ੍ਰਸਿੱਧੀ ਆਮ ਕਰਕੇ ਸਫਲਤਾ ਦੇ ਪੈਮਾਨੇ ਮੰਨੇ ਜਾਂਦੇ ਨੇ, ਪਰ ਅੰਦਰਲੀ ਤਸੱਲੀ ਤੋਂ ਬਿਨਾਂ ਹੀ ਪਰੇਸ਼ਾਨੀ ਹੀ ਉਪਜਾਉਂਦੇ ਨੇ। ਕਹਿੰਦੇ ਨੇ ਕਿ ਪੈਸੇ ਨਾਲ ਤੁਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹੋ, ਪਰ ਜ਼ਿੰਦਗੀ ਦੀਆਂ ਮੂਲਵਾਨ ਚੀਜ਼ਾਂ ਸਲੀਕੇ ਨਾਲ ਹੀ ਉਪਜਾਈਆਂ ਜਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ। ਪੈਸੇ ਨਾਲ ਖਰੀਦੀਆਂ ਨਹੀਂ ਜਾ ਸਕਦੀਆਂ। ਜਿਵੇਂ ਤੁਸੀਂ ਭੋਜਨ ਖਰੀਦ ਸਕਦੇ ਹੋ, ਹਾਜ਼ਮਾ ਨਹੀਂ। ਤੁਸੀਂ ਦਵਾਈਆਂ, ਟੌਨਿਕ, ਵਿਟਾਮਿਨ ਖਰੀਦ ਸਕਦੇ ਹੋ, ਪਰ ਸਿਹਤ ਨਹੀਂ। ਤੁਸੀਂ ਸੰਸਾਰ ਭਰ ਦੀਆਂ ਪੁਸਤਕਾਂ ਖਰੀਦ ਸਕਦੇ ਹੋ, ਪਰ ਸਿਆਣਪ ਨਹੀਂ। ਤੁਸੀਂ ਚਮਕ ਖਰੀਦ ਸਕਦੇ ਹੋ, ਪਰ ਸੁੰਦਰਤਾ ਨਹੀਂ। ਖਿਡੌਣੇ ਖਰੀਦ ਸਕਦੇ ਹੋ, ਪਰ ਖੁਸ਼ੀ ਨਹੀਂ। ਪੈਸੇ ਨਾਲ ਵਿਸ਼ਾਲ ਜਾਣ ਪਛਾਣ ਪੈਦਾ ਕੀਤੀ ਜਾ ਸਕਦੀ ਹੈ, ਪਰ ਮਿੱਤਰਤਾ ਨਹੀਂ।
ਨੌਕਰ ਖਰੀਦੇ ਜਾ ਸਕਦੇ ਨੇ ਪਰ ਵਫਾਦਾਰੀ ਨਹੀਂ। ਆਰਾਮ ਦੇ ਸਾਧਨ ਖਰੀਦੇ ਜਾ ਸਕਦੇ ਨੇ ਪਰ ਮਨ ਦੀ ਸ਼ਾਂਤੀ ਨਹੀਂ। ਤੁਸੀਂ ਸੇਵਾਵਾਂ ਖਰੀਦ ਸਕਦੇ ਹੋ ਪਰ ਸਲੀਕਾ ਨਹੀਂ। ਜਿਹੜੀਆਂ ਚੀਜ਼ਾਂ 'ਚੋਂ ਸਾਨੂੰ ਤਸੱਲੀ ਅਤੇ ਰੱਜ ਮਿਲਦਾ ਹੈ ਉਹ ਚੀਜ਼ਾਂ ਨਹੀਂ ਹੁੰਦੀਆਂ, ਉਹ ਰਿਸ਼ਤਿਆਂ ਦਾ ਨਿੱਘ ਹੁੰਦਾ ਹੈ ਅਤੇ ਰਿਸ਼ਤਿਆਂ 'ਚ ਨਿੱਘ ਸਲੀਕੇ ਨਾਲ ਉਪਜਦਾ ਹੈ। ਪਾਰਟੀਆਂ ਅਤੇ ਸਮਾਗਮ ਖਾਣ ਪੀਣ ਦੀ ਬਹੁਤਾਤ ਨਾਲ ਨਹੀਂ, ਸਲੀਕੇ ਭਰੇ ਵਿਹਾਰ ਅਤੇ ਉਤਸ਼ਾਹ ਭਰੇ ਵਾਤਾਵਰਨ ਨਾਲ ਯਾਦਗਾਰੀ ਬਣਦੇ ਨੇ। ਸਹੂਲਤਾਂ ਜ਼ਿੰਦਗੀ ਨੂੰ ਮਾਣਨਯੋਗ ਬਣਾਉਂਦੀਆਂ ਨੇ, ਪਰ ਜੇ ਜਿਉਣ ਦਾ ਸਲੀਕਾ ਅਤੇ ਉਤਸ਼ਾਹ ਨਾ ਹੋਵੇ ਤਾਂ ਜ਼ਿੰਦਗੀ ਮਾਣੀ ਨਹੀਂ ਜਾ ਸਕਦੀ। ਕਿਸੇ ਸੋਹਣੇ ਚਿਹਰੇ ਦਾ ਮੇਕਅਪ ਮੁਸਕਰਾਹਟ ਤੋਂ ਬਿਨਾਂ ਸੰਪੂਰਨ ਨਹੀਂ ਹੁੰਦਾ। ਇਸੇ ਕਰਕੇ ਕਹਿੰਦੇ ਨੇ ਕਿ ਮੁਸਕਰਾਓ ਬੁੱਲ੍ਹਾਂ ਦੀ, ਇਸ ਨਾਲੋਂ ਚੰਗੇਰੀ ਵਰਤੋਂ ਨਹੀਂ ਕੀਤੀ ਜਾ ਸਕਦੀ। ਕਈ ਸਧਾਰਨ ਕੱਪੜਿਆਂ 'ਚ ਵੀ ਬੜੇ ਫੱਬਦੇ ਨੇ, ਕਈ ਮਹਿੰਗੇ ਅਤੇ ਚਮਕੀਲੇ ਦੁਸਾਲੇ ਪਾ ਕੇ ਵੀ ਬਿਲਕੁਲ ਨਹੀਂ ਜੱਚਦੇ। ਸਲੀਕਾ ਕੇਵਲ ਮਨੁੱਖਾਂ 'ਚ ਹੀ ਨਹੀਂ ਹੁੰਦਾ, ਇਹ ਪੰਛੀਆਂ ਅਤੇ ਪਸ਼ੂਆਂ 'ਚ ਵੀ ਹੁੰਦਾ ਹੈ। ਜਿਨ੍ਹਾਂ ਨੇ ਪੰਛੀ ਜਾਂ ਜਾਨਵਰ ਪਾਲੇ ਹੁੰਦੇ ਨੇ ਉਹ ਉਹਨਾਂ ਦੇ ਸੁਭਾਅ ਤੋਂ ਜਾਣੂ ਹੁੰਦੇ ਨੇ। ਕਈ ਪੰਛੀ ਅਤੇ ਪਸ਼ੂ ਇੰਨੇ ਸਾਊ ਅਤੇ ਸਲੀਕੇ ਵਾਲੇ ਹੁੰਦੇ ਨੇ ਕਿ ਅਸੀਂ ਉਹਨਾਂ ਦਾ ਨਾਂ ਆਪਣੇ ਰਾਸ਼ਨ ਕਾਰਡ 'ਤੇ ਦਰਜ ਕਰਾਉਣ ਬਾਰੇ ਸੋਚਣ ਲੱਗ ਪੈਂਦੇ ਹਾਂ। ਅੱਗੇ ਰਹਿਣ ਵਾਲਾ ਹਿੰਮਤੀ ਕਬੂਤਰ ਸਦਾ ਅੱਗੇ ਰਹੇਗਾ। ਵੱਗ 'ਚ ਉਤਸ਼ਾਹ ਨਾਲ ਅੱਗੇ ਟੁਰਨ ਵਾਲੀ ਗਊ ਦੁੱਧ ਦੇਣ ਵੇਲੇ ਬਾਲਟੀ ਭਰ ਦਿੰਦੀ ਹੈ। ਇਵੇਂ ਹੀ ਕਿਸੇ ਸਭਾ ਜਾਂ ਸਮਾਗਮ 'ਚ ਉਤਸ਼ਾਹ ਵਾਲੇ ਕੁਝ ਵਿਅਕਤੀ ਸਮੁੱਚੀ ਸਥਿਤੀ ਨੂੰ ਚਮਕੀਲਾ ਅਤੇ ਰਸੀਲਾ ਬਣਾ ਦਿੰਦੇ ਨੇ। ਸਲੀਕੇ ਵਾਲੇ ਮਹਿਮਾਨਾਂ ਨੂੰ ਅਸੀਂ ਉਡੀਕਦੇ ਰਹਿੰਦੇ ਹਾਂ। ਸਲੀਕੇ ਵਾਲੇ ਮਹਿਮਾਨ ਸਮੱਸਿਆਵਾਂ ਉਪਜਾਉਂਦੇ ਨਹੀਂ, ਸੁਲਝਾਉਂਦੇ ਨੇ। ਬਹੁਤੇ ਗਰੀਬ ਅਤੇ ਬਹੁਤੇ ਅਮੀਰ ਵਿਅਕਤੀ ਗਿਆਨ ਪ੍ਰਾਪਤੀ ਦੇ ਵਿਰੁੱਧ ਹੁੰਦੇ ਨੇ। ਉਹਨਾਂ ਨੂੰ ਡੂੰਘੇ ਵਿਚਾਰਾਂ ਅਤੇ ਸਾਊ ਵਿਹਾਰ ਦੀ ਭਾਲ ਨਹੀਂ ਹੁੰਦੀ। ਉਹ ਭੀੜ 'ਚ ਵਿਚਰਨ ਦੇ ਇੱਛੁਕ ਹੋਣ ਕਾਰਨ ਅਤੇ ਇਕਹਿਰੇ ਵਿਹਾਰ ਕਾਰਨ ਕੁਝ ਕੀਤੇ ਬਿਨਾਂ ਹੀ ਪ੍ਰਸੰਨ ਹੋ ਜਾਂਦੇ ਨੇ। ਛੋਟੀਆਂ ਲਈ ਛੋਟੀਆਂ ਚੀਜ਼ਾਂ ਹੀ ਮਹਾਨ ਹੁੰਦੀਆਂ ਨੇ। ਡੂੰਘੇ ਵਿਚਾਰ ਚੁੱਪ 'ਚੋਂ ਉਪਜਦੇ ਹੀ ਨਹੀਂ, ਚੁੱਪ ਨੂੰ ਉਪਜਾਉਂਦੇ ਵੀ ਨੇ। ਚੁੱਪ ਰਹਿਣ ਦੀ ਅਸਫਲਤਾ ਮਾਨਵ ਜਾਤੀ ਦੀਆਂ ਵੱਡੀਆਂ ਅਸਫਲਤਾਵਾਂ 'ਚੋਂ ਇੱਕ ਹੈ। ਚੁੱਪ ਰਹਿਣ ਦਾ ਸਲੀਕਾ ਬੜਾ ਵੱਡਾ ਗੁਣ ਹੈ। ਜਿਨ੍ਹਾਂ ਨੂੰ ਮੋਤੀਆਂ ਦੀ ਭਾਲ ਹੁੰਦੀ ਹੈ ਉਹਨਾਂ ਨੂੰ ਡੂੰਘੀਆਂ ਟੁੱਬੀਆਂ ਲਾਉਣੀਆਂ ਪੈਂਦੀਆਂ ਨੇ। ਚੁੱਪ ਰਹਿਣਾ ਅਤੇ ਦੂਜਿਆਂ ਨੂੰ ਧਿਆਨ ਨਾਲ ਸੁਣਨਾ ਸਾਊ ਵਿਹਾਰ ਅਤੇ ਸਲੀਕੇ ਦੀ ਇੱਕ ਪਛਾਣ ਹੁੰਦੀ ਹੈ। ਜਿਹੜੇ ਆਪਣੇ ਮੂੰਹ ਫੱਟ ਹੋਣ ਦਾ ਮਾਣ ਕਰਦੇ ਨੇ ਅਤੇ ਸਦਾ ਸੱਚ ਬੋਲਣ ਦਾ ਦਾਅਵਾ ਕਰਦੇ ਨੇ ਉਹਨਾਂ ਦਾ ਉਦੇਸ਼ ਕਦੇ ਵੀ ਸੱਚ ਬੋਲਣਾ ਨਹੀਂ ਹੁੰਦਾ, ਦੂਜਿਆਂ ਦੇ ਮਨ ਨੂੰ ਠੇਸ ਪਹੁੰਚਾਉਣਾ ਹੁੰਦਾ ਹੈ। ਜੇ ਸਾਰੇ ਮੂੰਹ ਫੱਟ ਹੋ ਜਾਣ ਅਤੇ ਸਾਰੇ ਸੱਚ ਬੋਲਣ ਲੱਗ ਪੈਣ ਤਾਂ ਨਾ ਕੋਈ ਗੱਲਬਾਤ ਹੋ ਸਕਦੀ ਹੈ ਅਤੇ ਨਾ ਹੀ ਕੋਈ ਰਿਸ਼ਤਾ ਉਸਰ ਸਕਦਾ ਹੈ। ਕਿਸੇ ਹੋਰ ਤੋਂ ਚੰਗੇਰਾ ਬਣਨ ਤੋਂ ਪਹਿਲਾਂ ਆਪਣੇ ਆਪ ਤੋਂ ਚੰਗੇਰਾ ਬਣਨਾ ਪਏਗਾ। ਅਸੀਂ ਜਾਣਦੇ ਹਾਂ ਕਿ ਅਸੀਂ ਕੀ ਹਾਂ ਅਤੇ ਇਸ ਤੋਂ ਚੰਗੇਰਾ ਕਿਵੇਂ ਬਣਿਆ ਜਾ ਸਕਦਾ ਹੈ। ਇਹ ਜਾਣਨਾ ਵੀ ਜ਼ਰੂਰੀ ਹੈ ਕਿ ਜੋ ਤੁਹਾਡੀਆਂ ਤਾਂਘਾਂ ਨੇ, ਜੋ ਤੁਹਾਡੇ ਸੁਪਨੇ ਨੇ, ਉਹੀ ਹੋਰਾਂ ਦੇ ਵੀ ਸੁਪਨੇ ਨੇ। ਜਦੋਂ ਤੱਕ ਤੁਸੀਂ ਇਹ ਨਹੀਂ ਸਮਝਦੇ ਕਿ ਉਹਨਾਂ ਦੇ ਵੀ ਹੱਕ ਨੇ, ਤੁਸੀਂ ਪ੍ਰਸੰਨ ਨਹੀਂ ਹੋ ਸਕਦੇ। ਦੂਜਿਆਂ ਦੇ ਹੱਕਾਂ ਪ੍ਰਤੀ ਸੁਚੇਤ ਹੋਣਾ ਅਤੇ ਉਹਨਾਂ ਦੇ ਸੁਪਨਿਆਂ ਨੂੰ ਸਮਝਣਾ ਸਲੀਕੇ ਦੀ ਇੱਕ ਕੜੀ ਹੈ। ਦੂਜੇ ਗਲਤ ਹੋ ਸਕਦੇ ਨੇ, ਜ਼ਰੂਰੀ ਨਹੀਂ ਕਿ ਹਰ ਕੋਈ ਸਾਡੇ ਵਾਂਗ ਹੀ ਸੋਚੇ। ਪਰ ਜੇ ਕਿਸੇ ਨੂੰ ਗਲਤੀ ਕਰਨ ਦੀ ਆਜ਼ਾਦੀ ਨਹੀਂ ਤਾਂ ਕਿਸੇ ਆਜ਼ਾਦੀ ਦੇ ਕੋਈ ਅਰਥ ਹੀ ਨਹੀਂ ਰਹਿੰਦੇ। ਪ੍ਰਸੰਨ ਹੋਣ ਅਤੇ ਦੁਖੀ ਹੋਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ, ਪਰ ਅਕਸਰ ਪ੍ਰਸੰਨ ਹੋਣ ਵਾਸਤੇ ਘੱਟ ਮਿਹਨਤ ਕਰਨੀ ਪੈਂਦੀ ਹੈ। ਸੁਪਨੇ ਕਿੰਨੇ ਹੀ ਅਧੂਰੇ ਰਹਿ ਗਏ ਹੋਣ, ਕਿੰਨੀਆਂ ਹੀ ਅਸਫਲਤਾਵਾਂ ਨੇ ਤੁਹਾਡੇ ਰਾਹ ਮੱਲੇ ਹੋਣ, ਪਰ ਇੱਕ ਚੰਗਾ, ਸਾਊ, ਸੁਚੱਜਾ ਅਤੇ ਸਲੀਕੇ ਭਰਿਆ ਇਨਸਾਨ ਬਣਨ ਦੀ ਯੋਗਤਾ ਤੁਹਾਡੇ ਤੋਂ ਕੋਈ ਨਹੀਂ ਖੋ ਸਕਦਾ। ਸਾਰੇ ਖੇਤਰਾਂ 'ਚ ਅਸਫਲ ਹੋਣ ਉਪਰੰਤ ਵੀ ਇਹ ਇੱਕ ਅਜਿਹਾ ਖੇਤਰ ਹੈ ਜਿੱਥੇ ਤੁਸੀਂ ਨਿਸ਼ਚਿਤ ਹੀ ਸਫਲ ਹੋ ਸਕਦੇ ਹੋ। ਇਹ ਹੈ ਤਾਂ ਬੜਾ ਮੁਸ਼ਕਿਲ ਪਰ ਅਸੰਭਵ ਬਿਲਕੁਲ ਨਹੀਂ ਹੈ। ਆਪਣੀ ਸਥਿਤੀ ਨਾਲ ਪ੍ਰਸੰਨ ਹੋਣਾ, ਸੰਤੁਸ਼ਟ ਹੋਣਾ ਸਲੀਕੇ ਤੋਂ ਬਿਨਾਂ ਸੰਭਵ ਨਹੀਂ ਹੁੰਦਾ। ਜੋ ਕੁਝ ਤੁਹਾਡੇ ਕੋਲ ਹੈ ਉਸ ਨੂੰ ਪ੍ਰਾਪਤ ਕਰਨ ਲਈ ਲੱਖਾਂ ਲੋਕ ਯਤਨ ਕਰ ਰਹੇ ਹੁੰਦੇ ਨੇ। ਥੋੜ੍ਹਾ ਜਿਹਾ ਧਿਆਨ ਕਰੋ, ਕਿੰਨੇ ਵਿਅਕਤੀਆਂ ਦੀਆਂ ਕੁਰਬਾਨੀਆਂ ਅਤੇ ਯਤਨਾਂ ਨਾਲ ਤੁਸੀਂ ਵਰਤਮਾਨ ਸਥਿਤੀ 'ਤੇ ਅਪੜੇ ਹੋ। ਦੂਜਿਆਂ ਦੇ ਯੋਗਦਾਨ ਪ੍ਰਤੀ ਧੰਨਵਾਦੀ ਹੋਣਾ ਸਲੀਕੇ ਦੀ ਬੁਨਿਆਦ ਹੈ। ਦੂਜਿਆਂ ਦੇ ਸਹਿਯੋਗ ਤੋਂ ਬਿਨਾਂ ਮੈਂ ਕੁਝ ਵੀ ਨਹੀਂ। ਜਦੋਂ ਇਹ ਅਵਸਥਾ ਆ ਜਾਵੇ ਤਾਂ ਸਾਰੇ ਹੰਕਾਰ ਡਿੱਗ ਪੈਂਦੇ ਨੇ ਅਤੇ ਮਨੁੱਖ ਸਾਊ, ਕੋਮਲ ਅਤੇ ਨਿਮਰ ਹੋ ਜਾਂਦਾ ਹੈ।
ਜਦੋਂ ਜਵਾਨ ਬਜ਼ੁਰਗਾਂ ਨਾਲ, ਜਦੋਂ ਪੁਰਸ਼ ਇਸਤਰੀਆਂ ਨਾਲ, ਜਦੋਂ ਤਾਕਤਵਰ ਕਮਜ਼ੋਰਾਂ ਨਾਲ ਸਲੀਕੇ ਨਾਲ ਪੇਸ਼ ਆਉਣ ਲੱਗ ਪੈਣਗੇ, ਉਹ ਸਾਡੇ ਸਮਾਜ ਦਾ ਸੁਨਹਿਰੀ ਯੁੱਗ ਹੋ ਨਿਬੜੇਗਾ। ਚੰਗੀਆਂ ਸਰਕਾਰਾਂ ਸੰਗੀਤ ਦੀਆਂ ਸੁਰਾਂ ਵਾਂਗ ਲੋਕਾਂ ਦੇ ਜਜ਼ਬਿਆਂ ਨਾਲ ਇਕਸੁਰ ਹੋਈਆਂ ਹੁੰਦੀਆਂ ਨੇ। ਇਹ ਸਾਡਾ ਦੁਰਭਾਗ ਹੈ ਕਿ ਅਸੀਂ ਬੱਚਿਆਂ ਨੂੰ ਉਦੋਂ ਹੀ ਸਮਝਣ ਦਾ ਯਤਨ ਕਰਦੇ ਹਾਂ ਜਦੋਂ ਉਹ ਬਗਾਵਤ ਕਰਦੇ ਨੇ। ਸਰਕਾਰਾਂ ਵੀ ਉਦੋਂ ਹੀ ਸੁਣਦੀਆਂ ਨੇ ਜਦੋਂ ਵਿਰੋਧ ਉਪਜਦੇ ਨੇ ਅਤੇ ਜਦੋਂ ਸਰਕਾਰ ਦੀ ਹੋਂਦ ਨੂੰ ਖਤਰਾ ਉਪਜਦਾ ਹੈ। ਸਰਕਾਰਾਂ ਅਤੇ ਲੋਕਾਂ ਦਾ ਆਪਸੀ ਮੇਲ ਜੋਲ ਨਹੀਂ ਰਿਹਾ। ਲੋਕਾਂ ਦੀਆਂ ਸਮੱਸਿਆਵਾਂ ਇੰਨੀਆਂ ਗੁੰਝਲਦਾਰ ਹੋ ਗਈਆਂ ਨੇ ਕਿ ਸਰਕਾਰਾਂ ਉਹਨਾਂ ਨੂੰ ਸੁਲਝਾ ਨਹੀਂ ਸਕਦੀਆਂ। ਸਰਕਾਰਾਂ ਇੰਨੀਆਂ ਸ਼ਕਤੀਸ਼ਾਲੀ ਹੋ ਗਈਆਂ ਨੇ ਕਿ ਲੋਕ ਬੇਵਸ ਨੇ। ਅਜਿਹੀ ਵਿਵਸਥਾ 'ਚੋਂ ਹੀ ਬਗਾਵਤਾਂ ਉਪਜਦੀਆਂ ਨੇ। ਪੰਛੀ ਪਾਣੀ ਅੰਦਰ ਨਹੀਂ ਰੱਖੇ ਜਾ ਸਕਦੇ, ਮੱਛੀਆਂ ਹਵਾ 'ਚ ਨਹੀਂ ਰਹਿ ਸਕਦੀਆਂ, ਫਿਲਾਸਫਰ ਨੂੰ ਨੱਚਦਿਆਂ ਨਹੀਂ ਕਿਆਸਿਆ ਜਾ ਸਕਦਾ। ਇਵੇਂ ਜਿਨ੍ਹਾਂ ਚੀਜ਼ਾਂ ਦਾ ਮੇਲ ਨਹੀਂ, ਉਹਨਾਂ ਨੂੰ ਮਿਲਾਉਣ ਦਾ ਯਤਨ ਕਰਨਾ ਸਮੇਂ ਅਤੇ ਸੋਮਿਆਂ ਦੀ ਕੁਵਰਤੋਂ ਹੋ ਨਿਬੜਦੀ ਹੈ। ਆਪਣੀ ਯੋਗਤਾ ਦੇ ਸੰਦਰਭ 'ਚ ਜਾਣਨਾ ਬੜਾ ਜ਼ਰੂਰੀ ਹੈ ਕਿ ਮੇਰੀ ਪਹੁੰਚ 'ਚ ਹੈ ਅਤੇ ਕੀ ਮੇਰੀ ਪਹੁੰਚ 'ਚ ਕਦੇ ਨਹੀਂ ਆ ਸਕਦਾ। ਇਸ ਸੋਝੀ ਉਪਰੰਤ ਹੀ ਅਸੀਂ ਆਪਣੇ ਯਤਨਾਂ ਨੂੰ ਯੋਗ ਸੇਧ ਪ੍ਰਦਾਨ ਕਰ ਸਕਦੇ ਹਾਂ। ਯੋਗ ਅਤੇ ਚੰਗੇ ਬੰਦਿਆਂ ਦੀ ਸੰਗਤ 'ਚ, ਚੰਗੀਆਂ ਪੁਸਤਕਾਂ ਦੇ ਸਾਥ 'ਚ ਅਸੀਂ ਛੋਟੇ ਹੋਣ ਦੇ ਬਾਵਜੂਦ ਵੱਡੇ ਸੁਪਨੇ ਵੇਖਣ ਲੱਗ ਪੈਂਦੇ ਹਾਂ। ਜਦੋਂ ਕਿਸੇ ਵਿਦਿਆਰਥੀ ਨੂੰ ਆਪਣੀ ਪਸੰਦ ਦੇ ਅਧਿਆਪਕ ਤੋਂ ਸਾਰਿਆਂ ਦੇ ਸਾਹਮਣੇ ਸ਼ਾਬਾਸ਼ ਮਿਲਦੀ ਹੈ ਤਾਂ ਉਸਦਾ ਹੌਸਲਾ ਹੀ ਨਹੀਂ, ਉਸਦੀ ਯੋਗਤਾ ਵੀ ਵੱਧ ਜਾਂਦੀ ਹੈ ਅਤੇ ਉਸ 'ਚ ਆਤਮ ਵਿਸ਼ਵਾਸ ਦਾ ਉਪਜਾਇਆ ਸਲੀਕਾ ਆ ਜਾਂਦਾ ਹੈ। ਜੇ ਤੁਹਾਡੇ ਕੋਲ ਕਿਸੇ ਨੂੰ ਦੇਣ ਲਈ ਕੁਝ ਵੀ ਨਹੀਂ ਤਾਂ ਵੀ ਸ਼ਾਬਾਸ਼ ਤਾਂ ਦਿੱਤੀ ਹੀ ਜਾ ਸਕਦੀ ਹੈ। ਸਲੀਕਾ ਦੂਜਿਆਂ ਨਾਲ ਵਿਹਾਰ ਕਰਨ ਦਾ ਸਾਡਾ ਦ੍ਰਿਸ਼ਟੀਕੋਣ ਹੁੰਦਾ ਹੈ। ਸਲੀਕੇ ਵਾਲੇ ਵਿਹਾਰ ਦਾ ਕੋਈ ਅੰਤਮ ਪੜਾਅ ਨਹੀਂ ਹੁੰਦਾ। ਇਹ ਜੀਵਨ ਭਰ ਨਿਰੰਤਰ ਰੂਪ 'ਚ ਆਪਣੇ ਆਪ ਨੂੰ ਸੁਧਾਰਨ, ਮਾਂਜਣ, ਸਵਾਰਨ ਅਤੇ ਵਧੇਰੇ ਯੋਗ ਬਣਾਉਣ ਦਾ ਅਮਲ ਹੈ। ਜਦੋਂ ਤੁਸੀਂ ਇੱਕ ਪਹਾੜੀ ਚੜ੍ਹਦੇ ਹੋ ਤਾਂ ਚੜ੍ਹ ਕੇ ਪਤਾ ਲੱਗਦਾ ਹੈ ਕਿ ਹੋਰ ਪਹਾੜੀਆਂ ਵੀ ਨੇ। ਇਵੇਂ ਹੀ ਸਲੀਕੇ ਦੀਆਂ ਅਨੇਕਾਂ ਪਰਤਾਂ ਅਤੇ ਪੜਾਅ ਹੁੰਦੇ ਨੇ। ਜਿਵੇਂ ਸੁਹਿਰਦਤਾ ਦੇ ਨੇਮ ਤੋਂ ਬਿਨਾਂ ਕੋਈ ਪ੍ਰੇਮ ਨਹੀਂ ਨਿਭ ਸਕਦਾ, ਇਵੇਂ ਹੀ ਸਲੀਕੇ ਭਰੀ ਜ਼ਿੰਮੇਵਾਰੀ ਦੀ ਭਾਵਨਾ ਤੋਂ ਬਿਨਾਂ ਨਾ ਕੋਈ ਰਿਸ਼ਤਾ ਉਸਰਦਾ, ਨਾ ਹੀ ਬਣਿਆ ਰਹਿੰਦਾ ਹੈ। ਨਿਰਸੰਦੇਹ ਵਿਦਵਤਾ ਨਾਲੋਂ ਨਿਮਰਤਾ ਵਧੇਰੇ ਮਹੱਤਵਪੂਰਨ ਗੁਣ ਹੈ। ਇਸ ਤੱਥ ਦੀ ਪਛਾਣ ਹੀ ਸਿਆਣਪ ਦਾ ਆਰੰਭ ਹੁੰਦੀ ਹੈ। ਇਹ ਸਿਆਣਪ ਅਣਗਾਹੇ ਰਾਹਾਂ 'ਤੇ ਸਾਡੀ ਪ੍ਰੇਰਨਾ ਬਣਦੀ ਹੈ। ਪਿਆਰ ਕਰਨਾ ਅਣਗਾਹੇ ਰਾਹਾਂ 'ਤੇ ਚੱਲਣ ਦੀ ਸਭ ਤੋਂ ਵਧੇਰੇ ਢੁਕਵੀਂ ਉਦਾਹਰਨ ਹੈ। ਜੇ ਸਾਥ ਪ੍ਰੇਮ ਵਾਲਾ, ਸਲੀਕੇ ਵਾਲਾ ਹੋਵੇ ਤਾਂ ਨਰਕ ਸਵਰਗ ਹੋ ਜਾਂਦਾ ਹੈ, ਦੁੱਖ ਸੁੱਖ ਹੋ ਜਾਂਦਾ ਹੈ। ਇਸ ਯਾਤਰਾ 'ਚ ਪੁਰਸ਼ ਕੋਮਲ, ਨਿਮਰ ਅਤੇ ਇਸਤਰੀ ਉਦਾਰ ਅਤੇ ਦਲੇਰ ਹੋ ਜਾਂਦੀ ਹੈ। ਦੋਵੇਂ ਪਿਆਰ ਦੇ ਸਲੀਕੇ 'ਚ ਬੱਝ ਜਾਣ ਕਰਕੇ ਇੱਕ ਨਵੀਂ ਭਾਸ਼ਾ, ਸਰੀਰਕ ਹਰਕਤਾਂ ਦੀ ਭਾਸ਼ਾ ਦੇ ਪਿੱਛੇ ਛੁਪੀ ਹੋਈ ਇੱਕ ਹੋਰ ਭਾਸ਼ਾ ਸਿਰਜ ਲੈਂਦੇ ਹੈ। ਇਵੇਂ ਉਹ ਆਪਣੀ ਪਛਾਣ ਦੇ ਨਵੇਂ ਆਧਾਰ ਲੱਭ ਲੈਂਦੇ ਨੇ। ਸਲੀਕੇ ਨਾਲ ਸਾਡੀ ਸ਼ਖਸੀਅਤ ਦੇ ਸਾਰੇ ਪੱਖ ਅਤੇ ਸਾਰੇ ਰੰਗ ਉਘੜ ਪੈਂਦੇ ਨੇ। ਜਿਹੜੇ ਲੋਕ ਆਪਣੀ ਪਛਾਣ ਡਿਗਰੀਆਂ, ਅਹੁਦਿਆਂ, ਧਨ ਜਾਂ ਜਾਇਦਾਦ 'ਚੋਂ ਲੱਭਦੇ ਨੇ, ਉਹ ਕੁਝ ਵੀ ਨਹੀਂ ਲੱਭ ਸਕਣਗੇ। ਕੁਰਸੀ ਵਾਲੇ ਤੋਂ ਕੁਰਸੀ ਖੋਹ ਲਵੋ, ਉਹ ਵਿਚਾਰਾ ਜਿਹਾ ਲੱਗਣ ਲੱਗ ਪਵੇਗਾ। ਧੱਕੇ ਨਾਲ ਖੋਹੀਆਂ ਜਾਂ ਪ੍ਰਾਪਤ ਕੀਤੀਆਂ ਵਸਤਾਂ ਧੱਕੇ ਦੀ ਵਾਪਸੀ ਵੇਲੇ ਹੱਥੋਂ ਨਿਕਲ ਜਾਂਦੀਆਂ ਨੇ। ਮਹਾਨ ਅਤੇ ਗੰਭੀਰ ਚੀਜ਼ਾਂ ਦਾ ਪਤਨ ਹੌਲੀ ਹੌਲੀ ਹੁੰਦਾ ਹੈ, ਪਰ ਖੋਖਲੀਆਂ ਚੀਜ਼ਾਂ ਦੇ ਰਿਵਾਜ਼ ਜਲਦੀ ਬਦਲ ਜਾਂਦੇ ਨੇ। ਸਲੀਕਾ ਵਿਰਸੇ ਵਿੱਚ ਮਿਲਣ ਵਾਲੀ ਕੋਈ ਜਾਇਦਾਦ ਨਹੀਂ ਹੁੰਦਾ, ਇਹ ਆਪ ਕਮਾਉਣਾ ਪੈਂਦਾ ਹੈ। ਬੁੱਧ ਹੋਇਆ ਸੀ, ਉਸਦਾ ਪੁੱਤਰ ਬੁੱਧ ਨਹੀਂ ਹੋਇਆ, ਨਾ ਹੀ ਬੁੱਧ ਦਾ ਕੋਈ ਚੇਲਾ ਬੁੱਧ ਹੋਇਆ। ਆਪਣੇ ਆਪ ਨੂੰ ਸੁਧਾਰਨ ਦਾ ਨਿਸ਼ਾਨਾ ਬਣਾਏ ਬਿਨਾਂ ਕੋਈ ਹੰਢਣਸਾਰ ਪਰਿਵਰਤਨ ਜਾਂ ਸੁਧਾਰ ਨਹੀਂ ਵਾਪਰਦਾ। ਸੁਧਾਰਕ ਬਣਨ ਤੋਂ ਪਹਿਲਾਂ ਪਿਆਰੇ ਬਣਨਾ ਜ਼ਰੂਰੀ ਹੈ। ਰਾਮ ਨੇ, ਬੁੱਧ ਨੇ ਅਤੇ ਪਿਆਰੇ ਨਾਨਕ ਨੇ ਇਹੀ ਢੰਗ ਅਪਣਾਇਆ ਸੀ। ਸਥਿਤੀ ਦਾ ਵਿਅੰਗ ਇਹ ਹੈ ਕਿ ਜਿਨ੍ਹਾਂ ਸਮਾਜਾਂ ਵਿੱਚ ਸੁਧਾਰ ਦੀ, ਪਰਿਵਰਤਨ ਦੀ, ਸਲੀਕੇ ਅਤੇ ਚੱਜ ਆਚਾਰ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਉੱਥੇ ਹੀ ਇਹਨਾਂ ਦਾ ਸਭ ਤੋਂ ਵੱਧ ਵਿਰੋਧ ਅਤੇ ਇਹਨਾਂ ਪ੍ਰਤੀ ਅਣਗਹਿਲੀ ਹੁੰਦੀ ਹੈ। ਸਾਂਝੇ ਯਤਨਾਂ ਤੋਂ ਬਿਨਾਂ ਕੋਈ ਸਦੀਵੀ ਤਬਦੀਲੀ ਨਹੀਂ ਵਾਪਰਦੀ। ਅਜੋਕੇ ਸਮਾਜ ਦੀ ਸਮੁੱਚੀ ਸਥਿਤੀ ਮਹੱਤਵਪੂਰਨ ਨੂੰ ਨਿਰਰਥਕ ਅਤੇ ਮੁੱਲਵਾਨ ਨੂੰ ਮੁੱਲਹੀਣ ਬਣਾਉਣ ਵਾਲੀ ਹੈ।
ਪਰ ਕੋਈ ਵੀ ਸਥਿਤੀ ਸੰਪੂਰਨ ਰੂਪ 'ਚ ਨਿਰਾਸ਼ਾਜਨਕ ਨਹੀਂ ਹੁੰਦੀ, ਪਰ ਸਥਿਤੀ ਨੂੰ ਸਾਰਥਕ ਅਤੇ ਸ਼ਕਤੀਸ਼ਾਲੀ ਯਤਨਾਂ ਨਾਲ ਮੋੜਾ ਦਿੱਤਾ ਜਾ ਸਕਦਾ ਹੈ। ਨਿਰਸੰਦੇਹ ਸਾਂਝੇ ਪਰਿਵਾਰਕ ਜੀਵਨ ਦੇ ਖੇਰੂ-ਖੇਰੂ ਹੋ ਜਾਣ ਨਾਲ ਸਾਡੇ ਵਿੱਚ ਦੂਜਿਆਂ ਦਾ ਧਿਆਨ ਰੱਖਣ ਦੀ ਯੋਗਤਾ ਘਟਦੀ ਜਾ ਰਹੀ ਹੈ ਅਤੇ ਮੁਕਾਬਲੇ ਦਾ ਯੁੱਗ ਹੋਣ ਕਾਰਨ ਹਰ ਕੋਈ ਤਿਲਕਣ ਵਾਲੀ ਅਵਸਥਾ ਦਾ ਸ਼ਿਕਾਰ ਹੈ। ਇਸੇ ਕਰਕੇ ਹਿੰਸਾ, ਅਸਫਲਤਾ ਅਤੇ ਆਤਮਘਾਤ ਵੱਧ ਰਹੇ ਨੇ। ਜ਼ਿੰਦਗੀ ਦੀ ਧਰਵਾਸ ਮੁੱਕ ਜਾਣ ਕਾਰਨ ਜਦੋਂ ਅਸੀਂ ਅਸਫਲ ਹੁੰਦੇ ਜਾਂ ਹਾਰ ਜਾਂਦੇ ਹਾਂ ਤਾਂ ਸਾਨੂੰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਸਾਰਾ ਜ਼ਮਾਨਾ ਹੀ ਸਾਡਾ ਵਿਰੋਧੀ ਹੋ ਗਿਆ ਹੋਵੇ। ਅਸਫਲਤਾਵਾਂ ਅਤੇ ਹਾਰਾਂ ਸਦਾ ਜ਼ਿੰਦਗੀ ਦਾ ਇੱਕ ਭਾਗ ਰਹਿਣਗੀਆਂ। ਲੋੜ ਇਹਨਾਂ ਵਿੱਚ ਛੁਪੇ ਸਬਕਾਂ ਨੂੰ ਸਿੱਖਣ ਦੀ ਹੈ। ਸਫਲ ਹੋਣ ਦੀ ਕਾਹਲ 'ਚ ਅਤੇ ਪਹਿਲੇ ਹੀ ਯਤਨ ਵਿੱਚ ਸਫਲ ਹੋਣ ਦੀ ਲਾਲਸਾ ਕਾਰਨ ਅਸੀਂ ਆਪਣੇ ਆਲੇ ਦੁਆਲੇ ਅਸਫਲਤਾ ਦਾ ਇੱਕ ਸੰਘਣਾ ਵਾਤਾਵਰਨ ਸਿਰਜ ਲੈਂਦੇ ਹਾਂ। ਅਸੀਂ ਆਪ ਸਫਲ ਹੋਣਾ ਚਾਹੁਣ ਦੇ ਨਾਲ ਨਾਲ ਇਹ ਵੀ ਚਾਹੁੰਦੇ ਹਾਂ ਕਿ ਦੂਜੇ ਅਸਫਲ ਵੀ ਹੋਣ। ਜਦੋਂ ਇਵੇਂ ਨਹੀਂ ਹੁੰਦਾ ਤਾਂ ਸਾਨੂੰ ਆਪਣੇ ਅਸਫਲ ਹੋਣ ਅਤੇ ਦੂਜਿਆਂ ਦੇ ਸਫਲ ਹੋਣ ਕਾਰਨ ਦੂਹਰੀ ਨਿਰਾਸ਼ਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਤੱਕ ਅਸੀਂ ਸਾਰਿਆਂ ਦੀ ਸਫਲਤਾ ਦਾ ਵਾਤਾਵਰਨ ਨਹੀਂ ਸਿਰਜਦੇ, ਸਾਡੀ ਸਫਲਤਾ ਵੀ ਸੰਭਵ ਨਹੀਂ ਹੋਏਗੀ। ਜਦੋਂ ਅਸੀਂ ਆਪਣੀ ਅਸਫਲਤਾ ਵਿੱਚ ਛੁਪਿਆ ਸਬਕ ਸਿੱਖ ਲੈਂਦੇ ਹਾਂ ਤਾਂ ਅਸੀਂ ਉਸ ਅਸਫਲਤਾ ਤੋਂ ਮੁਕਤ ਹੋ ਜਾਂਦੇ ਹਾਂ। ਉਸ ਰਸਤੇ ਤੋਂ ਅਸੀਂ ਆਜ਼ਾਦ ਹੋ ਜਾਂਦੇ ਹਾਂ। ਜਦੋਂ ਅਸੀਂ ਕਿਸੇ ਚੰਗੀ ਚੀਜ਼ ਦਾ ਵਿਰੋਧ ਕਰਦੇ ਹਾਂ ਤਾਂ ਅਸੀਂ ਉਸ ਚੀਜ਼ ਨੂੰ ਕਮਜ਼ੋਰ ਨਹੀਂ ਸਗੋਂ ਸ਼ਕਤੀਸ਼ਾਲੀ ਬਣਾ ਦਿੰਦੇ ਹਾਂ। ਜਿਵੇਂ ਦਰਿਆ ਦੇ ਵਹਿਣ ਵਿੱਚ ਸੁੱਟਿਆ ਪੱਥਰ ਪਾਣੀ ਦਾ ਵੇਗ ਅਤੇ ਰਫ਼ਤਾਰ ਵਧਾ ਦਿੰਦਾ ਹੈ। ਜਦੋਂ ਅਸੀਂ ਕਿਸੇ ਨਾਲ ਨਫ਼ਰਤ ਕਰਦੇ ਹਾਂ ਜਾਂ ਉਸ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚਦੇ ਹਾਂ ਜਾਂ ਉਸ ਨੂੰ ਸਬਕ ਸਿਖਾਉਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਸ ਨਾਲ ਬੱਝ ਜਾਂਦੇ ਹਾਂ ਅਤੇ ਬੱਝੇ ਰਹਿੰਦੇ ਹਾਂ। ਉਸ ਪ੍ਰਤੀ ਸਦਭਾਵਨਾ ਵਿਖਾ ਕੇ, ਸਮੱਸਿਆ ਨੂੰ ਉਸਦੇ ਦ੍ਰਿਸ਼ਟੀਕੋਣ ਤੋਂ ਸੋਚ ਕੇ ਅਸੀਂ ਆਜ਼ਾਦ ਹੋ ਸਕਦੇ ਹਾਂ। ਚੀਜ਼ਾਂ ਉਦੋਂ ਹੀ ਠੀਕ ਹੁੰਦੀਆਂ ਨੇ ਜਦੋਂ ਇਕੱਲੀਆਂ ਨਹੀਂ ਸਗੋਂ ਇਕੱਠੀਆਂ ਹਿਲਜੁਲ ਕਰਦੀਆਂ ਨੇ। ਕਿਸੇ ਮਸ਼ੀਨ ਦੇ ਵੱਖ-ਵੱਖ ਪੁਰਜ਼ੇ, ਸਰੀਰ ਦੇ ਵੱਖ-ਵੱਖ ਅੰਗ ਜਦੋਂ ਤੱਕ ਇਕਸੁਰ ਨਾ ਹੋਣ, ਉਹ ਠੀਕ ਅਤੇ ਤੰਦਰੁਸਤ ਹੋਣ ਦਾ ਪ੍ਰਮਾਣ ਨਹੀਂ ਦਿੰਦੇ। ਦੂਜਿਆਂ ਤੋਂ ਬਿਨਾਂ ਸਾਡਾ ਆਪਣਾ ਕੋਈ ਮਹੱਤਵ ਨਹੀਂ ਹੁੰਦਾ। ਦੂਜਿਆਂ ਦੀਆਂ ਕਹੀਆਂ ਹੋਈਆਂ ਗੱਲਾਂ ਦੇ ਆਧਾਰ 'ਤੇ ਹੀ ਅਸੀਂ ਆਪਣੇ ਆਪ ਨੂੰ ਜਾਣਦੇ ਹਾਂ। ਜਦੋਂ ਅਸੀਂ ਕਿਸੇ ਬਾਰੇ ਕੁਝ ਕਹਿੰਦੇ ਹਾਂ ਤਾਂ ਆਪਣੇ ਆਪ ਬਾਰੇ ਵੀ ਅਸੀਂ ਬੜਾ ਕੁਝ ਦੱਸ ਜਾਂਦੇ ਹਾਂ। ਹਰੇਕ ਗੱਲ ਨੂੰ ਅਤੀ ਗੰਭੀਰਤਾ ਨਾਲ ਲੈਣਾ ਵੀ ਇੱਕ ਪ੍ਰਕਾਰ ਦਾ ਰੋਗ ਹੈ, ਕਿਉਂਕਿ ਹੱਸਣਾ ਅਤੇ ਹਸਾਉਣਾ ਦੁਨੀਆ ਦੀਆਂ ਦੁਸ਼ਵਾਰੀਆਂ ਨੂੰ ਬਰਦਾਸ਼ਤ ਕਰਨ ਦੀਆਂ ਢਾਲਾਂ ਨੇ। ਇਹਨਾਂ ਢਾਲਾਂ ਨੂੰ ਖੁੰਡਾ ਨਹੀਂ ਹੋਣ ਦੇਣਾ ਚਾਹੀਦਾ। ਸਾਨੂੰ ਇਸ ਗੱਲ ਦਾ ਦੁੱਖ ਨਹੀਂ ਹੁੰਦਾ ਕਿ ਲੋਕ ਸਾਡੇ ਬਾਰੇ ਕੀ ਕਹਿੰਦੇ ਨੇ, ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਉਹ ਕਿਵੇਂ ਕਹਿੰਦੇ ਨੇ। ਸੋ ਕਿਸੇ ਬਾਰੇ ਆਪਣੀ ਰਾਏ ਦੇਣ ਜਾਂ ਕਹਿਣ ਵੇਲੇ ਸਾਵਧਾਨੀ ਵਰਤਣੀ ਚਾਹੀਦੀ ਹੈ। ਸਲੀਕੇ ਦੀ ਯਾਤਰਾ ਬੜੀ ਲੰਮੀ ਹੈ। ਇਸ ਨੂੰ ਝਟਪਟ ਮੁਕਾਉਣ ਨਾਲ ਸਾਡਾ ਸਮੁੱਚਾ ਵਿਹਾਰ ਬਨਾਵਟੀ ਹੋ ਜਾਏਗਾ। ਸਲੀਕੇ ਨੂੰ ਅਪਣਾਉਣ ਦੀ ਤਾਂਘ ਹੋਣੀ ਚਾਹੀਦੀ ਹੈ। ਇਹ ਮੱਠੇ ਸੇਕ ਨਾਲ ਰਿੱਝਣ ਵਾਲਾ ਪਕਵਾਨ ਹੈ। ਇਹ ਅਸੰਭਵ ਹੈ ਕਿ ਕੋਈ ਹਨੇਰੇ ਵਿੱਚ ਹੋਵੇ ਅਤੇ ਪ੍ਰਕਾਸ਼ ਦੀ ਤਾਂਘ ਨਾ ਕਰੇ। ਇਹ ਵੀ ਅਸੰਭਵ ਹੈ ਕਿ ਕਿਸੇ ਨੂੰ ਭੁੱਖ ਲੱਗੀ ਹੋਵੇ ਤੇ ਭੋਜਨ ਦੀ ਇੱਛਾ ਨਾ ਕਰੇ। ਇਹ ਤਾਂ ਹੈ ਹੀ ਅਸੰਭਵ ਕਿ ਕੋਈ ਚੰਗੇਰਾ ਇਨਸਾਨ ਬਣਨਾ ਚਾਹੇ ਅਤੇ ਉਹ ਸਲੀਕੇ ਤੇ ਚੱਜ ਆਚਾਰ ਪ੍ਰਤੀ ਸੁਚੇਤ ਨਾ ਹੋਵੇ। ਸਕੂਲ ਚੰਗੇ ਮਾੜੇ ਨਹੀਂ ਹੁੰਦੇ। ਜਿੱਥੇ ਸਲੀਕੇ ਵਾਲੇ ਵਿਦਿਆਰਥੀ ਪੜ੍ਹਦੇ ਨੇ ਉਹ ਸਕੂਲ ਚੰਗੇ ਅਖਵਾਉਣ ਲੱਗ ਪੈਂਦੇ ਨੇ। ਇਵੇਂ ਹੀ ਸਮਾਜ ਚੰਗੇ ਮਾੜੇ ਜਾਂ ਅਮੀਰ ਗਰੀਬ ਨਹੀਂ ਹੁੰਦੇ। ਸਲੀਕੇ ਵਾਲੇ, ਸੰਤੁਸ਼ਟ, ਮਿਹਨਤੀ ਅਤੇ ਗਿਆਨ ਨਾਲ ਪਰਨਾਏ ਲੋਕਾਂ ਵਾਲੇ ਸਮਾਜ ਸੋਹਣੇ, ਬਹਾਦਰ ਅਤੇ ਖੁਸ਼ਹਾਲ ਹੋ ਨਿਬੜਦੇ ਨੇ।